गुड मॉर्निंग स्टूडेंट्स। ਅੱਜ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੋ ਸਿੱਖਾਂ ਦੇ 9ਵੇਂ ਗੁਰੂ ਅਤੇ ਹਿੰਦ ਦੀ ਚਾਦਰ ਦੇ ਨਾਮ ਨਾਲ ਇਤਿਹਾਸ ਵਿੱਚ ਜਾਣੇ ਜਾਂਦੇ ਹਨ ਉਹਨਾਂ ਬਾਰੇ ਪੜਾਂਗੇ। ਉਹਨਾਂ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ। ਮੁੱਢਲਾ ਨਾਮ ਤਿਆਗਮਲ ਸੀ। ਉਹਨਾਂ ਦੇ ਪਿਤਾ ਸ਼੍ਰੀ ਹਰਗੋਬਿੰਦ ਰਾਏ ਜੀ ਜੋ ਸਿੱਖਾਂ ਦੇ 6ਵੇਂ ਗੁਰੂ ਸਨ ਉਹ ਸਨ। ਮਾਤਾ ਨਾਨਕੀ ਜੀ ਸੀ। ਉਹਨਾਂ ਦੇ 4 ਭਰਾ ਹੋਰ ਸਨ, ਬਾਬਾ ਗੁਰਦਿੱਤਾ ਜੀ, ਅਟਲ ਰਾਏ, ਅਣੀ ਰਾਏ, ਸੂਰਜਮਲ ਤੇ ਇੱਕ ਭੈਣ ਸੀ ਜਿਹਦਾ ਨਾਮ ਸੀ ਬੀਬੀ ਵੀਰੋ। ਜਦੋਂ ਉਹ 4.5 ਸਾਲ ਦੀ ਉਮਰ ਵਿੱਚ ਆਏ ਤਾਂ ਉਹਨਾਂ ਦੀ ਐਜੂਕੇਸ਼ਨ ਵੱਲ ਧਿਆਨ ਦਿੱਤਾ ਗਿਆ। ਉਹਨਾਂ ਦੇ 2 ਪ੍ਰਮੁੱਖ ਅਧਿਆਪਕ ਅਪੁਆਇੰਟ ਕੀਤੇ ਗਏ ਜਿਨ੍ਹਾਂ ਵਿੱਚ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਨ ਤੇ ਨਾਲ ਹੀ ਸ਼ਸਤਰ ਵਿਦਿਆ ਤੇ ਘੋੜਸਵਾਰੀ ਦੀ ਸਿੱਖਿਆ ਵੀ ਦਿੱਤੀ ਗਈ। ਡਾਕਟਰ ਤਰਲੋਚਨ ਸਿੰਘ ਜੀ ਅਨੁਸਾਰ ਉਹਨਾਂ ਨੇ ਕਈ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਇਤਿਹਾਸ, ਤਰਕ ਸ਼ਾਸਤਰ, ਤੱਤ ਗਿਆਨ, ਗਣਿਤ, ਦਰਸ਼ਨ ਸ਼ਾਸਤਰ, ਭਗਵਤ ਗੀਤਾ, ਰਮਾਇਣ, ਮਹਾਭਾਰਤ, ਕੁਰਾਨ, ਸੂਫੀ ਮਤ ਦੀਆਂ ਪੁਸਤਕਾਂ ਦਾ ਗਿਆਨ ਵੀ ਪ੍ਰਾਪਤ ਕਰ ਲਿਆ ਸੀ। 1635 ਈਸਵੀ ਵਿੱਚ ਜਦੋਂ ਉਹ 14 ਸਾਲ ਦੀ ਉਮਰ ਦੇ ਹੋਏ ਤਾਂ ਉਹਨਾਂ ਨੂੰ ਆਪਣੇ ਪਿਤਾ ਜੀ ਨਾਲ ਗੁਰੂ ਹਰਗੋਬਿੰਦ ਰਾਏ ਜੀ ਨਾਲ ਕਰਤਾਰਪੁਰ ਦੀ ਲੜਾਈ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜੋ ਸ਼ਾਹਜਹਾਂ ਦੇ ਸਮੇਂ ਮੁਗਲਾਂ ਦੇ ਨਾਲ ਹੋਈ ਸੀ। ਉਹਨਾਂ ਦੀ ਬਹਾਦਰੀ ਦੇ ਜੌਹਰ ਦੇਖ ਕੇ ਗੁਰੂ ਹਰਗੋਬਿੰਦ ਰਾਏ ਜੀ ਨੇ ਉਹਨਾਂ ਦਾ ਨਾਮ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਜਿਸ ਤੋਂ ਭਾਵ ਸੀ ਤਲਵਾਰ ਦਾ ਧਨੀ। ਫਿਰ ਉਹਨਾਂ ਦੀ ਮੈਰਿਜ ਹੋਈ ਕਰਤਾਰਪੁਰ ਨਿਵਾਸੀ ਲਾਲ ਚੰਦ ਦੀ ਪੁੱਤਰੀ ਮਾਤਾ ਗੁਜਰੀ ਜੀ ਨਾਲ। ਫਿਰ ਉਹਨਾਂ ਦੇ ਘਰ 1666 ਈਸਵੀ ਦੇ ਵਿੱਚ ਪਟਨੇ ਦੇ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਗੋਬਿੰਦ ਦਾਸ ਜਾਂ ਗੋਬਿੰਦ ਰਾਏ ਰੱਖਿਆ ਗਿਆ। ਹੁਣ ਜਦੋਂ 1645 ਈਸਵੀ ਵਿੱਚ ਗੁਰੂ ਹਰ ਰਾਏ ਜੀ ਜੋਤੀ ਜੋਤ ਤੋਂ ਸਮਾਉਣ ਤੋਂ ਪਹਿਲਾਂ ਅਗਲੇ ਗੁਰੂ ਨੂੰ ਗੁਰੂ ਗੱਦੀ ਦੇਣੀ ਸੀ ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਹੁਕਮ ਦਿੱਤਾ ਕਿ ਉਹ ਆਪਣੀ ਮਾਤਾ ਨਾਨਕੀ ਅਤੇ ਪਤਨੀ ਗੁਜਰੀ ਜੀ ਨੂੰ ਨਾਲ ਲੈ ਕੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਾ ਕੇ ਰਹਿਣਗੇ ਤੇ ਨਾਲ ਹੀ ਉਹਨਾਂ ਨੇ ਨਾਨਕੀ ਜੀ ਨੂੰ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੀ ਅਗਵਾਈ ਕਰਨਗੇ। ਇਸ ਤੋਂ ਬਾਅਦ ਉਹਨਾਂ ਨੇ ਉੱਥੇ ਜਾ ਕੇ 20 ਸਾਲ ਭੋਰੇ ਦੇ ਵਿੱਚ ਰਹਿ ਕੇ ਭਜਨ ਬੰਦਗੀ ਕੀਤੀ ਤੇ ਅਧਿਆਤਮਿਕ ਜੀਵਨ ਬਤੀਤ ਕੀਤਾ। 6ਵੇਂ ਗੁਰੂ ਤੋਂ ਬਾਅਦ 7ਵੇਂ ਗੁਰੂ ਹਰ ਰਾਏ ਜੀ ਬਣੇ ਸੀ। ਹਰ ਰਾਏ ਜੀ ਤੋਂ ਪਿੱਛੋਂ ਗੁਰਗੱਦੀ ਗੁਰੂ ਹਰਕ੍ਰਿਸ਼ਨ ਜੀ ਜਿਹੜੇ ਇਤਿਹਾਸ ਦੇ ਵਿੱਚ ਬਾਲ ਗੁਰੂ ਦੇ ਨਾਮ ਨਾਲ ਜਾਣੇ ਜਾਂਦੇ ਨੇ ਉਹਨਾਂ ਨੂੰ ਦਿੱਤੀ। ਹੁਣ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਮਰਿਆਦਾ ਦੇ ਨਾਲ ਅਗਲਾ ਉੱਤਰਾਧਿਕਾਰੀ ਥਾਪਣਾ ਸੀ ਤਾਂ ਉਹਨਾਂ ਨੇ ਬਾਬਾ ਬਕਾਲਾ ਕਹਿ ਕੇ ਜੋਤੀ ਜੋਤ ਸਮਾ ਗਏ। 2 ਸ਼ਬਦਾਂ ਤੋਂ ਇਹ ਭਾਵ ਸੀ ਬਾਬਾ ਜੀ ਭਾਵ ਉਹਨਾਂ ਦੇ ਦਾਦਾ ਜੀ ਜਿਹੜੇ ਬਕਾਲੇ ਦੇ ਵਿੱਚ ਰਹਿੰਦੇ ਨੇ ਉਹ ਅਗਲੇ ਗੁਰੂ ਹੋਣਗੇ ਪਰ ਨਾਮ ਤੋਂ ਸਪਸ਼ਟ ਨਹੀਂ ਸੀ। ਇਸ ਕਰਕੇ ਇਹ ਸਮਝ ਨਾ ਆਈ ਕਿ ਅਗਲਾ ਗੁਰੂ ਕੌਣ ਹੋਵੇਗਾ। ਗੁਰਗੱਦੀ ਦੀ ਖਾਤਰ ਬਕਾਲਾ ਦੇ ਵਿੱਚ ਜਿੰਨੇ ਵੀ ਸੋਢੀ ਸਨ ਸੋਢੀ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਆਪ ਨੂੰ ਬਾਬਾ ਬਕਾਲਾ ਸਮਝਣ ਲੱਗ ਗਏ। ਹੁਣ ਅਸਲ ਗੁਰੂ ਦੀ ਭਾਲ ਇੱਕ ਸਮੱਸਿਆ ਬਣ ਗਈ ਸੀ। ਇੰਨੇ ਨੂੰ ਪਰਗਨਾ ਜੀਨ ਦੀ ਭੱਟ ਵਹੀ ਦੇ ਵਿੱਚ ਲਿਖਿਆ ਗਿਆ ਹੈ ਕਿ 11 ਅਗਸਤ 1664 ਨੂੰ ਦਰਗਾਹਮਲ ਤੇ ਹੋਰ ਸਿੱਖ 5 ਪੈਸੇ ਤੇ ਨਾਰੀਅਲ ਲੈ ਕੇ ਗੁਰੂ ਸਾਹਿਬ ਨੂੰ ਉੱਤਰਾਧਿਕਾਰੀ ਥਾਪਣ ਲਈ ਬਾਬਾ ਬਕਾਲਾ ਪਹੁੰਚੇ। ਬਾਬਾ ਬੁੱਢਾ ਜੀ ਦੇ ਬੇਟੇ ਭਾਈ ਗੁਰਦਿੱਤਾ ਜੀ ਨੇ ਉਹਨਾਂ ਨੂੰ ਮੱਥੇ ਤੇ ਤਿਲਕ ਲਗਾਇਆ ਪਰ ਇਸ ਸਮੇਂ ਵੀ ਜਿਹੜੇ ਝੂਠੇ ਗੁਰੂ ਸੀ ਉਹ ਗੁਰਗੱਦੀ ਛੱਡਣ ਲਈ ਤਿਆਰ ਨਹੀਂ ਸੀਗੇ। ਤਾਂ ਇਸ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਹੋਰ ਘਟਨਾ ਵਾਪਰੀ 2 ਮਹੀਨੇ ਬਾਅਦ ਜਿਸ ਤੋਂ ਇਹ ਪਤਾ ਲੱਗ ਗਿਆ ਕਿ ਅਗਲੇ ਗੁਰੂ ਕੌਣ ਨੇ। ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆ ਗਿਆ। ਉਹ ਘਟਨਾ ਸੀ ਮੱਖਣ ਸ਼ਾਹ ਲੋਬਾਣਾ ਦੀ। ਉਹ ਇੱਕ ਸ਼ਰਧਾਲੂ ਸਿੱਖ ਸੀਗਾ, ਧਨੀ ਵਪਾਰੀ ਵੀ ਸੀ। ਉਹ ਆਪਣੇ ਮਾਲ ਦੇ ਨਾਲ ਸਮੁੰਦਰ ਦੇ ਵਿੱਚ ਜਾ ਰਿਹਾ ਸੀ। ਅਚਾਨਕ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ। ਉਹਦਾ ਸਮਾਨ ਤੇ ਜਾਨ ਨੂੰ ਖਤਰਾ ਪੈਦਾ ਹੋ ਗਿਆ। ਉਹਨੇ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਜੇਕਰ ਉਸ ਦਾ ਜਹਾਜ਼ ਡੁੱਬਣ ਤੋਂ ਬਚ ਜਾਵੇ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੋਨੇ ਦੀਆਂ 500 ਮੋਹਰਾਂ ਭੇਟ ਕਰੇਗਾ। ਹੁਣ ਉਹ ਬਾਬਾ ਬਕਾਲਾ ਦੇ ਵਿੱਚ ਆਪਣੇ ਪ੍ਰਣ ਨੂੰ ਪੂਰਾ ਕਰਨ ਲਈ ਆਇਆ ਸੀ। ਜਦੋਂ ਉਹਨੇ ਇੱਥੇ ਆ ਕੇ ਦੇਖਿਆ ਕਿ ਇੰਨੇ ਗੁਰੂ ਨੇ
ਤੋਂ ਪਰੇਸ਼ਾਨ ਹੋ ਗਿਆ। ਉਹ ਹਰ ਇੱਕ ਗੁਰੂ ਦੇ ਅੱਗੇ 2 ਸੋਨੇ ਦੀਆਂ ਮੋਹਰਾਂ ਰੱਖਦਾ, ਆਸ਼ੀਰਵਾਦ ਪ੍ਰਾਪਤ ਕਰਦਾ। ਅੱਗੋਂ ਗੁਰੂ ਵੀ ਉਹਨੂੰ ਮੁਸਕਰਾ ਕੇ ਆਸ਼ੀਰਵਾਦ ਦਿੰਦੇ। ਜਦੋਂ ਗੁਰੂ ਤੇਗ ਬਹਾਦਰ ਜੀ ਕੋਲ 2 ਸੋਨੇ ਦੀਆਂ ਮੋਹਰਾਂ ਰੱਖ ਕੇ ਆਸ਼ੀਰਵਾਦ ਲੈਣ ਗਿਆ ਤਾਂ ਗੁਰੂ ਸਾਹਿਬ ਮੁਸਕਰਾ ਪਏ। ਉਹਨਾਂ ਨੇ ਕਿਹਾ, ਉਸ ਸਮੇਂ ਤਾਂ 500 ਮੋਹਰਾਂ ਭੇਟ ਕਰਨ ਦਾ ਪ੍ਰਣ ਕੀਤਾ ਸੀ, ਹਜੇ ਤਾਂ ਸਾਡੇ ਜ਼ਖਮ ਵੀ ਨਹੀਂ ਸੁੱਕੇ। ਮੱਖਣ ਸ਼ਾਹ ਲੁਬਾਣਾ ਨੇ 498 ਮੋਹਰਾਂ ਗੁਰੂ ਸਾਹਿਬ ਅੱਗੇ ਭੇਂਟ ਕੀਤੀਆਂ ਤੇ ਨਾਲ ਹੀ ਕੋਠੇ ਉੱਪਰ ਚੜ੍ਹ ਕੇ ਉੱਚੀ ਆਵਾਜ਼ ਦੇ ਵਿੱਚ ਬੋਲਣ ਲੱਗ ਗਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਭਾਵ ਅਸਲ ਗੁਰੂ ਮਿਲ ਗਏ ਨੇ। ਹੁਣ ਗੁਰੂ ਤੇਗ ਬਹਾਦਰ ਜੀ ਸਹੀ ਸ਼ਬਦਾਂ ਦੇ ਵਿੱਚ, ਸਹੀ ਅਰਥਾਂ ਦੇ ਵਿੱਚ ਗੁਰੂ ਬਣ ਕੇ ਸਿੱਖਾਂ ਦੇ ਸਾਹਮਣੇ ਆ ਗਏ। ਗੁਰੂ ਤੇਗ ਬਹਾਦਰ ਜੀ ਦਾ ਵਿਰੋਧ ਗੁਰੂ ਘਰ ਦੇ ਜਿਹੜੇ ਬਾਕੀ ਸਿੱਖ ਸੀਗੇ, ਜਿਹੜੇ ਝੂਠੇ ਗੁਰੂ ਬਣ ਕੇ ਬੈਠੇ ਹੋਏ ਸੀ, ਜਿਨ੍ਹਾਂ ਵਿੱਚੋਂ ਧੀਰਮਲ ਵੀ ਇੱਕ ਸੀ, ਉਹਨਾਂ ਨੇ ਵਿਰੋਧ ਜਾਰੀ ਰੱਖਿਆ। ਧੀਰਮਲ ਹੁਣ ਇੱਕ ਸਵਾਰਥੀ ਵੀ ਸੀ, ਹੰਕਾਰੀ ਵੀ ਸੀ। ਉਹ ਗੁਰਗੱਦੀ ਛੱਡਣ ਲਈ ਤਿਆਰ ਨਹੀਂ ਸੀ। ਇਸ ਲਈ ਉਸਨੇ ਗੁਰੂ ਸਾਹਿਬ ਦੇ ਵਿਰੁੱਧ ਸ਼ੀਹ ਨਾਮਕ ਮਸੰਦ ਨਾਲ ਮਿਲ ਕੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਗੋਲੀ ਚਲਾਈ, ਮੋਢੇ ਤੇ ਲੱਗਣ ਕਰਕੇ ਗੁਰੂ ਸਾਹਿਬ ਜ਼ਖਮੀ ਤਾਂ ਹੋ ਗਏ ਪਰ ਪ੍ਰਾਣ ਬਚ ਗਏ। ਇਸ ਤੋਂ ਬਾਅਦ ਗੁਰੂ ਸਾਹਿਬ ਦੀ ਸੰਪਤੀ ਲੁੱਟ ਲਈ। ਸਿੱਖਾਂ ਨੂੰ ਗੁੱਸਾ ਆਇਆ, ਉਹਨਾਂ ਨੇ ਧੀਰਮਲ ਤੇ ਹਮਲਾ ਕਰ ਦਿੱਤਾ। ਧੀਰਮਲ ਦੇ ਘਰ ਦਾ ਸਮਾਨ ਲੁੱਟ ਲਿਆਂਦਾ। ਗੁਰੂ ਸਾਹਿਬ ਦੇ ਸੁਭਾਅ ਦੇ ਅਨੁਸਾਰ ਉਹਨਾਂ ਨੂੰ ਖਿਮਾ ਕਰ ਦਿੱਤਾ ਗਿਆ ਤੇ ਵਾਪਸ ਸਮਾਨ ਕਰ ਦਿੱਤਾ ਗਿਆ। ਹੁਣ ਧੀਰਮਲ ਦਾ ਉੱਥੇ ਰਹਿਣਾ ਮੁਸ਼ਕਿਲ ਹੋ ਗਿਆ, ਇਸ ਕਰਕੇ ਉਹ ਕਰਤਾਰਪੁਰ ਚਲਾ ਗਿਆ। GS ਤਾਲਿਬ ਤੇ ਫੌਜਾ ਸਿੰਘ ਕਹਿੰਦੇ ਨੇ ਗੁਰੂ ਸਾਹਿਬ ਦਾ ਰਹਿਣਾ ਮੁਸ਼ਕਿਲ ਹੋ ਗਿਆ। ਹੁਣ ਗੁਰੂ ਸਾਹਿਬ ਨੇ ਗੁਰਗੱਦੀ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਹੋਏ, ਗੁਰਗੱਦੀ ਨੂੰ ਦੇਖਦੇ ਹੋਏ, ਉਹਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਿੱਖਾਂ ਦੇ ਸਾਹਮਣੇ ਆਏ, ਪੂਰਾ ਛੱਡ ਦਿੱਤਾ, ਅੱਗੇ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ, ਜਿਹਦੇ ਬਾਰੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਉਹਨਾਂ ਸਥਾਨਾਂ ਦੀ ਯਾਤਰਾ ਕੀਤੀ ਜਿਹੜੇ ਪਹਿਲੇ ਗੁਰੂ ਸਾਹਿਬ ਨਾਲ ਸੰਬੰਧਿਤ ਸੀ। ਫਿਰ ਪੂਰਬੀ ਭਾਰਤ ਦੀਆਂ ਯਾਤਰਾਵਾਂ ਵਾਲੇ ਚਲੇ ਗਏ ਤੇ ਫਿਰ ਮਾਲਵਾ ਬਾਂਗਰ ਪ੍ਰਦੇਸ਼ ਦੀਆਂ ਯਾਤਰਾਵਾਂ ਕੀਤੀਆਂ। GS ਤਾਲਿਬ ਤੇ ਫੌਜਾ ਸਿੰਘ ਇਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਪਿੱਛੋਂ ਹੋਰ ਕਿਸੇ ਵੀ ਸਿੱਖ ਗੁਰੂ ਨੇ ਇੰਨੇ ਅਧਿਕ ਪ੍ਰਦੇਸ਼ਾਂ ਦੀ ਯਾਤਰਾ ਨਹੀਂ ਕੀਤੀ ਜਿੰਨੇ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਹੈ। ਪਹਿਲੇ ਨੰਬਰ ਤੇ ਉਹ ਪੰਜਾਬ ਦੇ ਜਿਹੜੇ ਸਥਾਨਾਂ ਤੇ ਗਏ, ਜਿਹੜੇ ਗੁਰੂ ਸਾਹਿਬ ਨਾਲ ਸੰਬੰਧਿਤ ਸੀ। ਅੰਮ੍ਰਿਤਸਰ ਗਏ। ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਬਚਪਨ ਬੀਤਿਆ ਸੀ, ਉੱਥੇ ਐਜੂਕੇਸ਼ਨ ਲਿੱਤੀ ਸੀ। ਦਰਗੇਮਲ ਤੇ ਮੱਖਣ ਸ਼ਾਹ ਲੁਬਾਣਾ ਨੂੰ ਨਾਲ ਲੈ ਕੇ ਗਏ। ਉੱਥੇ ਹਰਜੀ ਮੀਣਾ ਜਿਹੜਾ ਪ੍ਰਿਥਵੀ ਚੰਦ ਦਾ ਪੋਤਾ ਸੀ, ਮਸੰਦਾਂ ਨਾਲ ਮਿਲ ਕੇ ਗੁਰੂ ਬਣਿਆ ਹੋਇਆ ਸੀ, ਉਹਨੇ ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਿੱਤੇ ਤੇ ਗੁਰੂ ਸਾਹਿਬ ਨੂੰ ਅਕਾਲ ਤਖਤ ਦੇ ਨੇੜੇ ਇੱਕ ਥੜੇ ਤੇ ਬੈਠ ਕੇ ਗੁਰੂ ਸਿੱਖ ਪੰਥ ਦਾ ਪ੍ਰਚਾਰ ਕਰਨਾ ਪਿਆ। ਉਸ ਤੋਂ ਬਾਅਦ ਉਹ ਵੱਲਾ ਗਏ। ਵੱਲਾ ਉਹਨਾਂ ਨੂੰ ਸ਼ਰਧਾਲੂਆਂ ਨੇ ਬੁਲਾਇਆ ਸੀ। ਉੱਥੇ ਇਸਤਰੀਆਂ ਨੇ ਉਹਨਾਂ ਦੀ ਬੜੀ ਸੇਵਾ ਕੀਤੀ, ਲੰਗਰ ਤਿਆਰ ਕੀਤਾ ਤੇ ਨਾਲ ਹੀ ਮਸੰਦਾਂ ਦੀ ਕਾਰਵਾਈ ਲਈ ਖਿਮਾ ਮੰਗੀ। ਗੁਰੂ ਸਾਹਿਬ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ, ਮਾਈਆਂ ਰੱਬ ਰਚਾਈਆਂ। ਫਿਰ ਉਹ ਤਰਨਤਾਰਨ ਸਾਹਿਬ ਗਏ। ਤਰਨਤਾਰਨ ਸਾਹਿਬ ਤੋਂ ਬਾਅਦ ਉਹ ਗੋਇੰਦਵਾਲ ਚਲੇ ਗਏ। ਗੋਇੰਦਵਾਲ ਤੋਂ ਬਾਅਦ ਉਹ ਗੁਰੂ ਕਾ ਬਾਗ ਗਏ, ਜਿੱਥੇ ਖੂਹ ਖਦਵਾਇਆ ਅੱਜ ਵੀ ਕਾਇਮ ਆ। ਖੇਮਕਰਨ ਸਾਹਿਬ ਆਏ। ਖੇਮਕਰਨ ਸਾਹਿਬ ਤੋਂ ਉਹ ਕੀਰਤਪੁਰ ਸਾਹਿਬ ਚਲੇ ਗਏ। ਕੀਰਤਪੁਰ ਸਾਹਿਬ ਦੇ ਵਿੱਚ ਜਾ ਕੇ ਉਹਨਾਂ ਨੇ ਸਿੱਖ ਪੰਥ ਦਾ ਪ੍ਰਚਾਰ ਕੀਤਾ, ਪਰ ਨਾਲ ਹੀ ਉੱਥੇ ਖਬਰ ਮਿਲੀ ਕਿ ਬਿਲਾਸਪੁਰ ਦੇ ਰਾਜਾ ਦੀਪ ਚੰਦ ਦੀ ਮੌਤ ਹੋ ਗਈ। ਹੁਣ ਉਹ ਉਹਦੀ ਕਿਰਿਆ ਦੀ ਰਸਮ ਦੇ ਵਿੱਚ ਜਾਣ ਲੱਗੇ। ਉੱਥੇ ਜਾ ਕੇ ਉਹਨਾਂ ਨੇ 3 ਦਿਨ ਠਹਿਰਨ ਤੋਂ ਬਾਅਦ ਰਾਣੀ ਚੰਪਾ ਨੂੰ ਗੁਜ਼ਾਰਿਸ਼ ਕੀਤੀ ਕਿ ਕੀਰਤਪੁਰ ਦੇ ਨਾਲ ਇੱਕ ਨਗਰ ਦਾ ਨਿਰਮਾਣ ਕੀਤਾ ਜਾਵੇ। ਰਾਣੀ ਨੇ ਮੰਤਰੀਆਂ ਦੀ ਸਹਾਇਤਾ ਨਾਲ, ਮੰਤਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਮਾਖੋਵਾਲ ਦੀ ਜਗ੍ਹਾ ਉਹਨਾਂ ਨੂੰ ਭੇਟ ਕੀਤੀ, ਪਰ ਗੁਰੂ ਸਾਹਿਬ ਨੇ ਮੁਫਤ ਜਗ੍ਹਾ ਲੈਣ ਦੇ ਹੱਕ ਵਿੱਚ ਨਹੀਂ ਸੀ। ਇਸ ਕਰਕੇ ਉਹਨਾਂ ਨੇ 500 ਰੁਪਏ ਦਾ ਉਚਿਤ ਮੁੱਲ ਦੇ ਕੇ ਆਨੰਦਪੁਰ ਸਾਹਿਬ, ਜੋ ਅੱਜ ਕਿਹਾ ਜਾਂਦਾ ਹੈ, ਚੱਕ ਨਾਨਕੀ ਵੀ ਕਿਹਾ ਜਾਂਦਾ, ਉਸ ਜਗ੍ਹਾ ਤੇ ਜਾ ਕੇ ਪੈਸੇ ਦੇ ਕੇ ਜ਼ਮੀਨ ਖਰੀਦ ਕੇ ਨਗਰ ਵਸਾ ਦਿੱਤਾ। ਉਸ ਤੋਂ ਬਾਅਦ ਗੁਰੂ ਸਾਹਿਬ ਦੀਆਂ ਪੂਰਬੀ ਭਾਰਤ ਦੀਆਂ ਯਾਤਰਾਵਾਂ ਸ਼ੁਰੂ ਹੁੰਦੀਆਂ ਨੇ, ਜਿਹਦੇ ਵਿੱਚ ਮਾਤਾ ਨਾਨਕੀ, ਪਤਨੀ ਗੁਜਰੀ ਜੀ, ਭਾਈ ਮਤੀ ਦਾਸ, ਸਤੀ ਦਾਸ ਤੇ ਦਿਆਲਾ ਜੀ ਗਏ। ਉਹ ਰਸਤਾ ਉਹਨਾਂ ਨੇ ਰੋਪੜ, ਕਿਉਂਕਿ ਉਹ ਬਾਬਾ ਬਕਾਲਾ ਤੋਂ ਆਨੰਦਪੁਰ ਸਾਹਿਬ ਚਲੇ ਗਏ ਸੀ। ਆਨੰਦਪੁਰ ਸਾਹਿਬ ਤੋਂ ਉਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ, ਰੋਪੜ ਗਏ। ਰੋਪੜ ਤੋਂ ਫਿਰ ਉਹ ਪਟਿਆਲੇ ਵੱਲ, ਪਟਿਆਲੇ ਤੇ ਸੈਫਾਬਾਦ,
ਸੈਫਾਬਾਦ ਜਿਹੜਾ ਬਹਾਦਰਗੜ੍ਹ ਆ ਜਿੱਥੇ ਅੱਜ ਵੀ ਗੁਰਦੁਆਰਾ ਸਾਹਿਬ ਕਾਇਮ ਨੇ। ਉਸ ਤੋਂ ਬਾਅਦ ਉਹ ਧਮਧਾਨ ਹਜੇ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਸੀ। ਸਿੱਖ ਧਰਮ ਦਾ ਪ੍ਰਚਾਰ ਕਰਦੇ ਕਰਦੇ ਉੱਥੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਰੋਹਿਲਾ ਆਲਮ ਖਾਂ ਰੋਹਿਲਾ ਨੇ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ। ਦਿੱਲੀ ਦੇ ਵਿੱਚ ਗੁਰੂ ਸਾਹਿਬ ਤੋਂ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਪਰ ਰਾਜਪੂਤ ਰਾਜਾ ਰਾਮ ਸਿੰਘ ਦੇ ਕਹਿਣ ਤੇ ਉਹਨਾਂ ਦੇ ਵਿਵਹਾਰ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹੋਏ ਗੁਰੂ ਸਾਹਿਬ ਨੂੰ ਰਿਹਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੀਆਂ ਅਗਲੀਆਂ ਯਾਤਰਾਵਾਂ ਸ਼ੁਰੂ ਕੀਤੀਆਂ, ਜਿਹਦੇ ਵਿੱਚ ਉਹ ਪਹਿਲਾਂ ਮਥੁਰਾ ਗਏ, ਮਥੁਰਾ ਤੋਂ ਬ੍ਰਿੰਦਾਵਨ ਤੋਂ ਆਗਰਾ ਦੇ ਵਿੱਚ ਗਏ। ਆਗਰਾ ਦੇ ਵਿੱਚ ਉਹਨਾਂ ਨੇ ਆਪਣੇ ਸਿੱਖਾਂ ਨੂੰ ਮਿਲੇ, ਮਾਈ ਜੱਸੀ ਦੇ ਘਰੇ ਠਹਿਰੇ। ਫਿਰ ਕਾਨਪੁਰ ਚਲੇ ਗਏ, ਕਾਨਪੁਰ ਦੇ ਵਿੱਚ ਵੀ ਸਿੱਖ ਧਰਮ ਦਾ ਪ੍ਰਚਾਰ ਕੀਤਾ। ਪ੍ਰਯਾਗ ਗਏ ਜੋ ਹਿੰਦੂਆਂ ਦਾ ਫੇਮਸ ਪਲੇਸ ਸੀ, ਇਲਾਹਾਬਾਦ ਦੇ ਵਿੱਚ ਸੀ। ਪ੍ਰਯਾਗ ਤੋਂ ਬਾਅਦ ਉਹ ਬਨਾਰਸ ਤੋਂ ਬਾਅਦ ਉਹ ਸਸਾਰਾਮ ਚਲੇ ਗਏ ਜੋ ਬਿਹਾਰ ਪ੍ਰਾਂਤ ਵਿੱਚ ਸੀ, ਤੇ ਉੱਥੇ ਉਹ ਮਸੰਦ ਫੱਗੂ ਸ਼ਾਹ ਨੂੰ ਮਿਲੇ, ਜਿਹਨੂੰ ਲੋਕ ਪਿਆਰ ਨਾਲ ਫੱਗੂ ਚਾਚਾ ਕਹਿੰਦੇ ਸੀ। ਉਸ ਤੋਂ ਬਾਅਦ ਉਹ ਗਏ। ਉਸ ਸਮੇਂ ਗਿਆ ਬੁੱਧ ਧਰਮ ਦਾ ਪ੍ਰਸਿੱਧ ਕੇਂਦਰ ਸੀ, ਉਹਨਾਂ ਦਾ ਤੀਰਥ ਸਥਾਨ ਸੀ। ਪਟਨਾ ਸਾਹਿਬ ਗਏ। ਪਟਨਾ ਦੇ ਵਿੱਚ ਵਰਖਾ ਦੇ ਕਾਰਨ ਕਾਫੀ ਸਮਾਂ ਠਹਿਰੇ, ਆਪਣੀ ਪਤਨੀ ਤੇ ਮਾਤਾ ਜੀ ਨੂੰ ਇੱਥੇ ਛੱਡਿਆ। ਫਿਰ ਉਹਨਾਂ ਨੇ ਢਾਕਾ ਜਾਣ ਤੋਂ ਪਹਿਲਾਂ ਮੁੰਗੇਰ ਦੇ ਸਥਾਨ ਤੇ ਰੁਕੇ। ਮੁੰਗੇਰ ਦੇ ਸਥਾਨ ਤੇ ਰੁਕ ਕੇ ਉਹਨਾਂ ਨੇ ਬਨਾਰਸ ਦੀਆਂ ਸੰਗਤਾਂ ਦੇ ਨਾਮ ਤੇ ਹੁਕਮਨਾਮੇ ਲਿਖੇ। ਫਿਰ ਉਹਨਾਂ ਨੇ ਢਾਕਾ ਜਾਣ ਦਾ ਫੈਸਲਾ ਕੀਤਾ। ਢਾਕਾ ਜਾ ਕੇ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ। ਉੱਥੇ ਉਹਨਾਂ ਨੂੰ ਆਪਣੇ ਪੁੱਤਰ ਗੋਬਿੰਦ ਦਾਸ ਦੇ ਜਨਮ ਦਾ ਖਬਰ ਮਿਲੀ। ਨਾਲ ਹੀ ਉਹਨਾਂ ਨੇ ਪਟਨਾ ਦੀਆਂ ਸੰਗਤਾਂ ਦੇ ਨਾਮ ਤੇ ਹੁਕਮਨਾਮੇ ਲਿਖੇ, ਸ਼ੁਕਰੀਆ ਅਦਾ ਕੀਤਾ, ਪਰਿਵਾਰ ਦੀ ਦੇਖਭਾਲ ਲਈ ਸ਼ੁਕਰੀਆ ਅਦਾ ਕੀਤਾ ਤੇ ਨਾਲ ਅਸੀਸਾਂ ਦਿੱਤੀਆਂ। ਹੁਣ ਉਹਨਾਂ ਨੇ ਧੁਬਰੀ ਜਾਣਾ ਸੀ। ਧੁਬਰੀ ਜਾਣ ਲਈ ਰਾਜਾ ਰਾਮ ਸਿੰਘ ਦੇ, ਜਿਨ੍ਹਾਂ ਨੇ ਉਹਨਾਂ ਦੇ ਵਿਵਹਾਰ ਦੀ ਜ਼ਿੰਮੇਵਾਰੀ ਲਿੱਤੀ ਸੀ, ਉਹਨਾਂ ਦੇ ਕਹਿਣ ਤੇ ਧੁਬਰੀ ਜਾਣ ਦਾ ਫੈਸਲਾ ਕੀਤਾ। ਉਹਨਾਂ ਦਾ ਇੱਕ ਰੀਜ਼ਨ ਹੋਰ ਵੀ ਸੀਗਾ ਕਿ ਉਹ ਸਿੱਖ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਸੀ, ਪਰ ਨਾਲ ਹੀ ਰਾਜਾ ਰਾਮ ਸਿੰਘ ਦਾ ਲੈ ਕੇ ਜਾਣ ਦਾ ਕਾਰਨ ਇਹ ਸੀ ਕਿ ਧੁਬਰੀ ਵਿੱਚ ਜਿਹੜੇ ਅਹੋਮ ਸ਼ਾਸਕ ਸੀ ਉਹਦੇ ਤੋਂ ਮੁਗਲ ਸੈਨਾ ਡਰਦੀ ਸੀ। ਉਹਨਾਂ ਦੇ ਜਾਦੂ ਟੋਣੇ ਦੇ ਕਰਕੇ ਹਰ ਇੱਕ ਵਾਰ ਹਾਰ ਜਾਂਦੀ ਸੀ। ਗੁਰੂ ਸਾਹਿਬ ਦੇ ਹੋਣ ਕਰਕੇ, ਪ੍ਰੈਜ਼ੈਂਸ ਦੇ ਵਿੱਚ ਹੋਣ ਕਰਕੇ ਉਹ ਉੱਥੇ ਡਰੇ ਨਹੀਂ, ਹਾਰੇ ਨਹੀਂ, ਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ। ਬਹੁਤ ਸਾਰੇ ਲੋਕ ਸਿੱਖ ਬਣਨ ਲੱਗ ਗਏ। ਅਖੀਰ ਦੇ ਵਿੱਚ ਅਹੋਮ ਰਾਜਾ ਚੱਕਰਧਵਜ ਤੇ ਰਾਜਾ ਰਾਮ ਸਿੰਘ ਦੇ ਵਿੱਚ ਸਮਝੌਤਾ ਕਰਾ ਦਿੱਤਾ। ਹੁਣ ਗੁਰੂ ਸਾਹਿਬ ਨੇ ਉੱਤਰ ਭਾਰਤ ਦੀਆਂ ਯਾਤਰਾਵਾਂ ਖਤਮ ਕਰਨ ਲਈ ਉੱਤਰ ਪ੍ਰਦੇਸ਼ ਤੋਂ ਹੁੰਦੇ ਹੋਏ ਦਿੱਲੀ ਪਹੁੰਚ ਗਏ। ਦਿੱਲੀ ਤੋਂ ਬਾਅਦ ਉਹ ਕੁਰੂਕਸ਼ੇਤਰ, ਰੋਹਤਕ ਹੁੰਦੇ ਹੋਏ ਲਖਨੌਰ ਪਹੁੰਚੇ। ਇੱਥੇ ਉਹਨਾਂ ਨੇ ਆਪਣੇ ਮਾਮਾ ਕਿਰਪਾਲ ਚੰਦ ਤੇ ਮਤੀ ਦਾਸ ਨੂੰ ਪਹਿਲਾਂ ਹੀ ਸੰਦੇਸ਼ ਦੇ ਦਿੱਤਾ ਸੀ ਕਿ ਉਹ ਪਰਿਵਾਰ ਨੂੰ ਲਖਨੌਰ ਲੈ ਕੇ ਆ ਜਾਣ। ਦੁਸਹਿਰੇ ਦੇ ਦਿਨ ਦੇ ਵਿੱਚ ਗੁਰੂ ਗੋਬਿੰਦ ਦਾਸ ਜੀ ਦੀ ਦਸਤਾਰਬੰਦੀ ਕੀਤੀ ਗਈ। ਉਹ ਦਸਤਾਰਬੰਦੀ ਉਹਨਾਂ ਦੇ ਵੱਡੇ ਮਾਮਾ ਮਿਹਰ ਚੰਦ ਨੇ ਕੀਤੀ ਸੀ। ਇੱਥੋਂ ਉਹ ਬਾਬਾ ਬਕਾਲਾ ਪਹੁੰਚੇ ਤੇ ਅਖੀਰ ਦੇ ਵਿੱਚ ਚੱਕ ਨਾਨਕੀਆ ਆਨੰਦਪੁਰ ਸਾਹਿਬ ਦੇ ਵਿੱਚ ਪਰਿਵਾਰ ਸਮੇਤ ਰਹਿਣ ਲੱਗੇ ਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਲੱਗੇ। ਅੱਗੇ ਮਾਲਵਾ ਤੇ ਬਾਂਗਰ ਪ੍ਰਦੇਸ਼ ਦੀਆਂ ਯਾਤਰਾਵਾਂ ਕੀਤੀਆਂ। ਇਹ ਦੂਜੀ ਵਾਰ ਯਾਤਰਾ ਕੀਤੀ ਸੀ। ਪਹਿਲੀ ਵਾਰ ਜਦੋਂ ਉਹ ਪੂਰਬੀ ਭਾਰਤ ਦੀਆਂ ਯਾਤਰਾਵਾਂ ਕਰਨ ਲਈ ਆਏ ਸੀਗੇ, ਉਦੋਂ ਉਹਨਾਂ ਨੇ ਉਹ ਇਲਾਕੇ ਦਾ ਦੌਰਾ ਕੀਤਾ ਸੀ। ਡਾਕਟਰ ਤਰਲੋਚਨ ਸਿੰਘ ਕਹਿੰਦੇ ਨੇ ਕਿ ਇਸ ਪ੍ਰਦੇਸ਼ ਦੇ 1.5 ਸਾਲ ਦੇ ਵਿੱਚ ਲਗਭਗ 90 ਸਥਾਨਾਂ ਦੀ ਯਾਤਰਾ ਕੀਤੀ। ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਸ਼ਰਧਾਲੂ ਬਣੇ। ਇਹੀ ਜਿਹੜੀ ਮਾਨ ਇੱਜ਼ਤ ਸੀ ਤੇ ਲੋਕਪ੍ਰਿਯਤਾ ਸੀ, ਮੁਗਲ ਸਰਕਾਰ ਦੇ ਲਈ ਸ਼ੰਕਾ ਬਣ ਗਿਆ ਕਿ ਕਿਤੇ ਇਹ ਮੁਗਲ ਸਾਮਰਾਜ ਦੀ ਖਤਰੇ ਦਾ ਕਾਰਨ ਨਾ ਬਣ ਜਾਣ। ਇਹ ਤੋਂ ਬਾਅਦ ਗੁਰੂ ਸਾਹਿਬ ਦੀ ਸ਼ਹੀਦੀ ਕਰਨ ਬਾਰੇ ਸੋਚਣ ਲੱਗ ਗਏ। ਉਹਦੇ ਵੀ ਕਈ ਕਾਰਨ ਸੀ। ਡਾਕਟਰ IB ਬੈਨਰਜੀ ਕਹਿੰਦੇ ਨੇ ਕਿ ਇਹ ਜਿਹੜੀ ਸ਼ਹੀਦੀ ਸੀ ਇਹ ਸਵੈ ਇੱਛਤ ਬਲੀਦਾਨ ਸੀ ਜਿਹੜਾ ਧਰਮ ਦੀ ਖਾਤਰ ਦਿੱਤਾ ਗਿਆ ਸੀ। ਪਰ ਜੇ ਅਸੀਂ ਧਿਆਨ ਨਾਲ ਦੇਖੀਏ, ਸੋਚ ਵਿਚਾਰ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਦਾ ਨਹੀਂ, ਇਹ ਇੱਕ ਸਮੂਹਿਕ ਕਾਰਨਾਂ ਦਾ ਸਿੱਟਾ ਸੀ ਜਿਸ ਦਾ ਕਾਰਨ ਬੈਕਗਰਾਉਂਡ ਦੇ ਵਿੱਚ ਹੀ ਬਣਨੇ ਸ਼ੁਰੂ ਹੋ ਗਏ ਸੀ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਇਹ ਕਾਰਨ ਲਗਾਤਾਰ ਬਣਦੇ ਗਏ। ਜਿਹੜੇ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕਾਰਨ ਬਣ ਗਿਆ। ਜਿਵੇਂ ਦੇਖੀਏ 1606 ਦੇ ਵਿੱਚ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਉਹ ਤੋਂ ਬਾਅਦ ਇਸੇ ਸ਼ਹੀਦੀ ਦੇ ਕਾਰਨ ਗੁਰੂ ਹਰਗੋਬਿੰਦ ਸਾਹਿਬ ਨੂੰ ਨਵੀਂ ਨੀਤੀ ਅਡਾਪਟ ਕਰਨੀ ਪਈ। ਉਹਦੇ ਕਰਕੇ ਵੀ ਮੁਗਲ ਬਾਦਸ਼ਾਹ ਜਹਾਂਗੀਰ ਦੇ ਵਿੱਚ ਸ਼ੰਕੇ ਪੈਦਾ ਹੋ ਗਏ। ਉਹਨਾਂ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ। ਹੁਣ ਗਵਾਲੀਅਰ ਦੇ ਕਿਲੇ ਵਿੱਚ ਉਹ ਰਿਹਾ ਹੋ ਕੇ ਆਏ ਤਾਂ ਅਗਲਾ ਮੁਗਲ ਬਾਦਸ਼ਾਹ ਆ ਗਿਆ ਸ਼ਾਹਜਹਾਂ। ਉਹ ਵੀ ਕੱਟੜ ਸੀ, ਉਹਦੇ ਨਾਲ 4 ਲੜਾਈਆਂ ਲੜਨੀਆਂ ਪਈਆਂ, ਜਿਹਦੀ ਲੜਾਈ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਰਤਾਰਪੁਰ ਦੀ ਲੜਾਈ ਦੇ ਵਿੱਚ ਭਾਗ ਲਿਆ ਸੀ। ਫਿਰ ਹਰ ਰਾਏ ਜੀ, ਹਰਕ੍ਰਿਸ਼ਨ ਜੀ, ਤੇਗ ਬਹਾਦਰ ਜੀ ਦਾ ਸਮਾਂ ਚਾਹੇ ਸ਼ਾਂਤੀ ਦਾ ਕਾਲ ਸੀ, ਪਰ ਫਿਰ ਵੀ ਉਹਨਾਂ ਨੂੰ ਸਮੇਂ-ਸਮੇਂ ਤੇ ਦਿੱਲੀ ਦੇ ਵਿੱਚ ਬੁਲਾਇਆ ਜਾਂਦਾ ਰਿਹਾ। ਆਪਾਂ ਪਹਿਲਾਂ ਪੜ੍ਹਿਆ ਆ ਈਵਨ ਧਮਧਾਨ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸਿੱਖ ਪ੍ਰਚਾਰ ਕਰਦੇ ਸਮੇਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਸੀ ਤੇ ਮੌਤ ਦੀ ਸਜ਼ਾ ਦੇਣ ਦੀ ਕਹਿ ਦਿੱਤਾ ਗਿਆ ਸੀ, ਮੌਤ ਦੀ ਸਜ਼ਾ ਦੇਣ ਲਈ। ਇਸ ਸਮੇਂ ਗੁਰੂ ਸਾਹਿਬ ਦੇ ਵਿੱਚ ਨੇ ਸੋਚ ਵਿਚਾਰ ਕੇ ਦੇਖਿਆ ਕਿ 2 ਹੀ ਰਾਹ ਨੇ ਮੇਰੇ ਕੋਲ, ਜਾਂ ਤਾਂ ਆਤਮ ਬਲੀਦਾਨ ਦਿੱਤਾ ਜਾਵੇ, ਅਹਿੰਸਾਵਾਦੀ ਨੀਤੀ ਅਡਾਪਟ ਕਰਕੇ ਇਸ ਨੀਤੀ ਨੂੰ ਨਕਾਰਾ ਕਰ ਦਿੱਤਾ ਜਾਵੇ, ਜਾਂ ਫਿਰ ਯੁੱਧ ਕੀਤਾ ਜਾਵੇ। ਹੁਣ ਯੁੱਧ ਕਰਨਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਸੀ, ਉਹਨਾਂ ਦੇ ਸੁਭਾਅ ਦੇ ਅਨੁਕੂਲ ਨਹੀਂ ਸੀ। ਇਸ ਕਰਕੇ ਉਹਨਾਂ ਨੇ ਪਹਿਲੀ ਆਪਟ ਕਰ ਲਈ ਆਪਸ਼ਨ, ਉਹਨਾਂ ਨੇ ਸ਼ਹੀਦੀ ਦੇਣ ਦਾ ਫੈਸਲਾ ਕਰ ਲਿਆ। ਔਰੰਗਜ਼ੇਬ ਇੱਕ ਕੱਟੜਵਾਦੀ ਸੀ, ਉਹ ਦਾਰੁਲ ਇਸਲਾਮ ਬਣਾਉਣਾ ਚਾਹੁੰਦਾ ਸੀ। ਦਾਰੁਲ ਇਸਲਾਮ ਮਤਲਬ ਸਾਰਾ ਹਿੰਦੁਸਤਾਨ, ਭਾਰਤ ਨੂੰ ਇਸਲਾਮ ਦਾ ਧਰਤੀ ਬਣਾਉਣਾ ਚਾਹੁੰਦਾ ਸੀ। ਇਸ ਲਈ ਉਹਨੇ ਐਂਟੀ ਹਿੰਦੂ ਕੰਮ ਕੀਤੇ, ਜਿਵੇਂ 1665 ਦੇ ਵਿੱਚ 5% ਚੁੰਗੀ ਕਰ ਲਾਤਾ, ਤੀਰਥ ਯਾਤਰਾ ਕਰ ਲਾਤੇ, ਤਿਉਹਾਰ ਮਨਾਉਣ ਤੇ ਰੋਕ ਲਾ ਦਿੱਤੀ। 1669 ਦੇ ਵਿੱਚ ਹਿੰਦੂਆਂ ਦੇ ਮੰਦਰ, ਸਕੂਲ ਢੇਰੀ ਕਰਵਾਉਣ ਦਾ ਹੁਕਮ ਦੇ ਦਿੱਤਾ। 71 ਦੇ ਵਿੱਚ ਹਿੰਦੂਆਂ ਨੂੰ ਉੱਚੀਆਂ ਸਰਕਾਰੀ ਨੌਕਰੀਆਂ ਤੋਂ ਕੱਢਣ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ। ਇਸੇ ਨੀਤੀ ਤੇ ਚੱਲਦੇ ਹੋਏ ਉਸਨੇ ਅਖੀਰ ਦੇ ਵਿੱਚ ਸਿੱਖਾਂ ਦੇ ਇੱਕ ਗੁਰਦੁਆਰਾ ਬੁਰੀਆ ਪਿੰਡ ਦੇ ਵਿੱਚ ਢਹਿ ਕਰਵਾ ਦਿੱਤਾ। ਸਿੱਖਾਂ ਨੂੰ ਗੁੱਸਾ ਆਇਆ, ਸਿੱਖਾਂ ਨੇ ਉੱਥੇ ਜਿਹੜੀ ਉਸਾਰੀ ਮਸਜਿਦ ਸੀ ਉਹਦੇ ਮੁੱਲਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਜਿਹੀ ਹਾਲਤ ਦੇ ਵਿੱਚ ਜੋ ਗੁਰੂ ਸਾਹਿਬ ਜੋ ਅਸਾਮ ਦੀ ਯਾਤਰਾ ਕਰ ਰਹੇ ਸੀ, ਉੱਥੋਂ ਯਾਤਰਾ ਛੱਡ ਕੇ ਸਿੱਖਾਂ ਦਾ ਸਾਥ ਦੇਣ ਲਈ ਵਾਪਸ ਆ ਗਏ। ਨਕਸ਼ਬੰਦੀਆਂ ਦਾ ਔਰੰਗਜ਼ੇਬ ਤੇ ਪ੍ਰਭਾਵ, ਹੁਣ ਨਕਸ਼ਬੰਦੀ ਦੀ ਹੋਂਦ ਹੀ ਅਕਬਰ ਦੀ ਉਦਾਰਵਾਦੀ ਨੀਤੀ ਦੇ ਕਾਰਨ ਹੋਈ ਸੀ। ਇਹ ਕੱਟੜਵਾਦੀ ਮੁਸਲਿਮ ਸੀ ਜੋ ਹਿੰਦੂ ਤੇ ਸਿੱਖ, ਜਿਨ੍ਹਾਂ ਨੂੰ ਇਹ ਕਾਫਰ ਕਹਿੰਦੇ ਸੀ, ਉਹਨਾਂ ਨੂੰ ਪਸੰਦ ਨਹੀਂ ਕਰਦੇ ਸੀਗੇ। ਇਹਨਾਂ ਨੇ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਵੀ ਭੜਕਾਇਆ, ਮੁਗਲ ਬਾਦਸ਼ਾਹ ਸ਼ਾਹਜਹਾਂ ਨੂੰ ਭੜਕਾਇਆ। ਹੁਣ ਔਰੰਗਜ਼ੇਬ ਤੇ ਵੀ ਇਹਨਾਂ ਦਾ ਹੀ ਪ੍ਰਭਾਵ ਸੀ। ਸ਼ੇਖ ਅਹਿਮਦ ਸਰਹੰਦੀ ਤੋਂ ਬਾਅਦ ਉਹਦਾ ਜਿਹੜਾ ਪੁੱਤਰ ਸ਼ੇਖ ਮਸੂਮ ਬੈਠਿਆ, ਉਹ ਔਰੰਗਜ਼ੇਬ ਦਾ ਪਰਮ ਮਿੱਤਰ ਸੀ। ਉਹਦੇ ਤੇ ਔਰੰਗਜ਼ੇਬ ਤੇ ਉਸ ਦਾ ਬੜਾ ਪ੍ਰਭਾਵ ਸੀ। ਸਿੱਖਾਂ ਦੇ ਅਗੇਂਸਟ ਜਿੰਨੇ ਐਕਸ਼ਨ ਕੀਤੇ ਇਹਨਾਂ ਦੇ ਕੀਤੇ। ਉਸ ਤੋਂ ਬਾਅਦ ਸ਼ੇਖ ਮਸੂਮ ਬੈਠਿਆ, ਉਹ ਦਾ ਪੁੱਤਰ ਸੈਫੂਦੀਨ ਬੈਠਿਆ, ਉਹ ਵੀ ਮੁਗਲ ਦਰਬਾਰ ਵਿੱਚ ਰਿਹਾ। ਹਿੰਦੂਆਂ ਦੇ ਵਿਰੁੱਧ ਜ਼ਿਆਦਾਤਰ ਕਾਰਵਾਈਆਂ ਕਰਨ ਦੇ ਵਿੱਚ ਇਸ ਦਾ ਹੱਥ ਮੰਨਿਆ ਜਾਂਦਾ ਹੈ। ਤੇ ਗੁਰੂ ਤੇਗ ਬਹਾਦਰ ਦੀ ਜਿਹੜੀ ਲੋਕਪ੍ਰਿਯਤਾ ਸੀ ਮਾਲਵਾ ਦੇ ਵਿੱਚ ਵਧਣ ਕਰਕੇ ਇਹਨਾਂ ਨੂੰ ਫਿਕਰ ਪੈ ਗਿਆ, ਜਿਸ ਕਰਕੇ ਇਹਨਾਂ ਨੇ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਲਈ ਭੜਕਾਉਣਾ ਸ਼ੁਰੂ ਕਰ ਦਿੱਤਾ। ਅੱਗੇ ਗੁਰੂ ਸਾਹਿਬ ਦੀਆਂ ਧਰਮ ਪ੍ਰਚਾਰ ਲਈ ਯਾਤਰਾਵਾਂ, ਜਿਵੇਂ ਆਪਾਂ ਉੱਪਰ ਪੜ੍ਹ ਕੇ ਆਏ ਹਾਂ, ਉਹਨਾਂ ਨੇ ਮਾਲਵਾ ਦੀ, ਬਾਂਗਰ ਦੀ, ਦੂਰ ਪੂਰਬ ਦੀ, ਪੰਜਾਬ ਦੇ ਸਥਾਨਾਂ ਦੀ ਯਾਤਰਾਵਾਂ ਕੀਤੀਆਂ। ਉੱਥੋਂ ਸਰਕਾਰੀ ਕਰਮਚਾਰੀ ਜਿਹੜੇ ਇਸ ਸਥਾਨ ਤੇ ਮੌਜੂਦ ਸੀ, ਉਹ ਵੀ ਮੁਗਲ ਸਮਰਾਟ ਨੂੰ ਗਲਤ ਰਿਪੋਰਟ ਦੇ ਕੇ ਭੇਜਦੇ ਸੀ, ਜਿਹੜੇ ਕਹਿੰਦੇ ਸੀ ਦੇਸ਼ ਵਿੱਚ ਗੁਰੂ ਤੇਗ ਬਹਾਦਰ ਜੀ ਬਹੁਤ ਜ਼ਿਆਦਾ ਅਨੁਆਈ ਹਨ, ਹਿੰਦੂ ਤੇ ਮੁਸਲਮਾਨ ਦੋਹਾਂ ਵਿੱਚ ਗੁਰੂ ਸਾਹਿਬ ਹਰਮਨ ਪਿਆਰਾ ਹੈ, ਦੋਹਾਂ ਤੋਂ ਧਨ ਇਕੱਠਾ ਕਰ ਰਿਹਾ, ਸੁਤੰਤਰ ਵਿਚਾਰਾਂ ਦਾ ਹੈ ਭਾਅ। ਉਹਨਾਂ ਦਾ ਪ੍ਰਭਾਵ ਤੇ ਸ਼ਕਤੀ ਜੇ ਕਿਤੇ ਇਸੇ ਤਰ੍ਹਾਂ ਵੱਧਦੇ ਰਹੇ ਤਾਂ ਮੁਗਲ ਸਰਕਾਰ ਲਈ ਖਤਰਾ ਬਣ ਸਕਦਾ ਹੈ। ਧੀਰਮਲ ਤੇ ਰਾਮ ਰਾਏ ਦੀ ਦੁਸ਼ਮਣੀ, ਇਹ ਦੋਨੇ ਗੁਰੂ ਘਰ ਦੇ ਨਾਲ ਸੰਬੰਧਿਤ ਸੀ। ਤੁਹਾਨੂੰ ਯਾਦ ਹੋਣਾ ਪਿਛਲੇ ਚੈਪਟਰਸ ਦੇ ਵਿੱਚ ਕਿ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰਗੱਦੀ ਜੱਦੀ ਹੋ ਗਈ ਸੀ। ਜੱਦੀ ਹੋਣ ਦੇ ਨਾਲ ਘਰ ਦੇ ਵਿੱਚ ਹੀ ਦੁਸ਼ਮਣ ਪੈਦਾ ਹੋਣੇ ਸ਼ੁਰੂ ਹੋ ਗਏ। ਪਹਿਲਾਂ ਪ੍ਰਿਥਵੀ ਚੰਦ ਨੇ ਗੁਰੂ ਅਰਜਨ ਸਾਹਿਬ ਨੂੰ ਟਿਕਣ ਨਹੀਂ ਦਿੱਤਾ, ਫਿਰ ਧੀਰਮਲ ਆ ਗਿਆ, ਗੁਰੂ ਹਰ ਰਾਏ ਜੀ ਦਾ ਜੋ ਵੱਡਾ ਭਰਾ ਸੀ, ਉਹਨੇ ਗੁਰੂ ਸਾਹਿਬ ਦੀ
ਵਿਰੋਧਤਾ ਕੀਤੀ। ਨਾਲ ਹੀ ਰਾਮ ਰਾਏ ਇੱਕ ਹੋਰ ਰਲ ਗਿਆ ਜੋ ਗੁਰੂ ਹਰਕ੍ਰਿਸ਼ਨ ਜੀ ਦਾ ਵੱਡਾ ਭਰਾ ਸੀ। ਇਹਨਾਂ ਦੋਨਾਂ ਨੇ ਵੀ ਗੁਰੂ ਸਾਹਿਬ ਦੀ ਸ਼ਹੀਦੀ ਦੇ ਵਿੱਚ ਯੋਗਦਾਨ ਪਾਇਆ। ਗੁਰੂ ਸਾਹਿਬ ਦੀਆਂ ਅਖੌਤੀ ਰਾਜਨੀਤਿਕ ਤੇ ਸੈਨਿਕ ਕਾਰਨਾਮੇ। ਹੁਣ ਗੁਲਾਮ ਹੁਸੈਨ ਜੋ ਸੈਯਰ ਉਲ ਮੁਤਾਖਰੀਨ ਦਾ ਲੇਖਕ ਸੀ, ਉਹ ਵੀ ਗੁਰੂ ਸਾਹਿਬ ਬਾਰੇ ਇਹੀ ਕਹਿੰਦਾ ਆ। ਉਹ ਕੱਟੜ ਮੁਸਲਮਾਨ ਸੀ। ਉਹਨੇ ਵੀ ਕਿਹਾ ਕਿ ਗੁਰੂ ਤੇਗ ਬਹਾਦਰ ਦੇ ਅਤੀ ਅਧਿਕ ਸੰਖਿਆ ਵਿੱਚ ਅਨੁਯਾਈ ਹਨ। ਉਹ ਬੜੇ ਉੱਚੇ ਮਨਸੂਬਿਆਂ ਵਾਲਾ ਹੋ ਗਿਆ। ਹਜ਼ਾਰਾਂ ਗਿਣਤੀ ਵਿੱਚ ਲੋਕ ਉਹਦਾ ਸਾਥ ਦਿੰਦੇ ਨੇ। ਸਮਕਾਲੀਨ ਸੰਤ ਹਾਫਿਜ਼ ਆਦਮ ਵੀ ਬਹੁਤ ਵੱਡੀ ਗਿਣਤੀ ਵਿੱਚ ਪੈਰੋਕਾਰ ਹਨ। ਦੋਨਾਂ ਨੇ ਮਿਲ ਕੇ ਹਿੰਦੂ ਤੇ ਮੁਸਲਮਾਨਾਂ ਤੋਂ ਜ਼ਬਰਦਸਤੀ ਧਨ ਇਕੱਠਾ ਕਰਨਾ ਆਰੰਭ ਕਰ ਦਿੱਤਾ ਹੈ। ਅਸਲ ਵਿੱਚ ਇਹ ਵਿਚਾਰ ਠੀਕ ਨਹੀਂ ਹੈ। ਇਹਦੇ ਕਈ ਰੀਜ਼ਨ ਨੇ। ਉਹਦਾ ਪਹਿਲਾ ਰੀਜ਼ਨ ਤਾਂ ਇਹੀ ਹੈ, ਜੋ ਗੁਲਾਮ ਹੁਸੈਨ ਆ ਉਹ ਸਮਕਾਲੀਨੀ ਇਤਿਹਾਸਕਾਰ ਨਹੀਂ ਹੈ। ਦੂਜਾ, ਉਹ ਪਟਨਾ ਦਾ ਰਹਿਣ ਵਾਲਾ ਹੈ। ਉਹਨੂੰ ਪੰਜਾਬ ਦੀਆਂ ਘਟਨਾਵਾਂ ਦਾ ਪਤਾ ਹੀ ਨਹੀਂ। ਫਿਰ ਜੇ ਅੱਗੇ ਦੇਖੀਏ ਤਾਂ ਉਹਨੇ ਕਿਤਾਬ ਵਿੱਚ ਹੋਰ ਮਨਘੜਤ ਗੱਲਾਂ ਵੀ ਲਿਖੀਆਂ ਨੇ। ਜਿਵੇਂ ਉਹ ਕਹਿੰਦਾ ਆ ਕਿ ਗੁਰੂ ਤੇਗ ਬਹਾਦਰ ਜੀ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕਰਤਾ, ਸਰੀਰ ਦੇ 4 ਟੂਟੇ ਕਰ ਦਿੱਤੇ, ਜੋ ਠੀਕ ਨਹੀਂ ਹੈ। ਇਸ ਤੋਂ ਬਾਅਦ ਹਾਫਿਜ਼ ਆਦਮ ਬਾਰੇ ਜੋ ਉਹਨੇ ਕਿਹਾ ਆ, ਇਹ ਵੀ ਗਲਤ ਆ। ਹਾਫਿਜ਼ ਆਦਮ ਨੂੰ ਤਾਂ ਸ਼ਾਹਜਹਾਂ ਦੇ ਸਮੇਂ ਹੀ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਇਸ ਤੋਂ ਬਿਨਾਂ ਉਸ ਸਮੇਂ ਦੇ ਈਵਨ ਮੁਸਲਿਮ ਤੇ ਸਿੱਖ ਇਤਿਹਾਸਕਾਰਾਂ ਨੇ ਵੀ ਗੁਰੂ ਸਾਹਿਬ ਦੀਆਂ ਰਾਜਨੀਤਿਕ ਤੇ ਸੈਨਿਕ ਕਾਰਨਾਮਿਆਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਫਿਰ ਅਖੀਰ ਦੇ ਵਿੱਚ ਕਨਕਲੂਜ਼ਨ ਕੱਢਦੇ ਹੋ ਡਾਕਟਰ ਇੰਦੂ ਭੂਸ਼ਣ ਬੈਨਰਜੀ ਇਹੀ ਕਹਿ ਦਿੰਦੇ ਨੇ ਕਿ ਅਸੀਂ ਇਸ ਗੱਲ ਨੂੰ ਮੰਨ ਸਕਦੇ ਹਾਂ ਕਿ ਗੁਰੂ ਸਾਹਿਬ ਧਾਰਮਿਕ ਕੱਟੜਤਾ ਦੇ ਸ਼ਿਕਾਰ ਹੋਏ। ਇਹ ਗੱਲ ਵੀ ਸਮਝੀ ਜਾ ਸਕਦੀ ਹੈ ਕਿ ਬਾਅਦ ਦੇ ਮੁਸਲਿਮ ਲੇਖਕਾਂ ਨੇ ਇਸ ਮਾਮਲੇ ਨੂੰ ਰਾਜਨੀਤਿਕ ਰੰਗਤ ਦੇ ਕੇ ਸੱਚਾਈ ਛੁਪਾਉਣ ਦਾ ਯਤਨ ਕਿਉਂ ਕੀਤਾ ਸੀ। ਹੁਣ ਕਸ਼ਮੀਰ ਕਰ ਦਾਂਗੇ। ਕਸ਼ਮੀਰੀ ਪੰਡਤ ਉੱਤੇ ਅਤਿਆਚਾਰ। ਹੁਣ ਜਿਹੜੇ ਕਸ਼ਮੀਰੀ ਪੰਡਤ ਸੀਗੇ, ਇਹ ਪੁਰਾਣੇ ਜਿਹੜਾ ਸਦੀਆਂ ਤੋਂ ਚੱਲਿਆ ਆ ਰਿਹਾ ਧਰਮ ਸੀ ਜਾਂ ਸੰਸਕ੍ਰਿਤੀ ਸੀ ਆਪਣੀ, ਉਹਨੂੰ ਛੱਡਣ ਲਈ ਤਿਆਰ ਸੀ। ਔਰੰਗਜ਼ੇਬ ਨੂੰ ਇਹ ਕਿਹਾ ਗਿਆ ਸੀ ਜੇ ਉਹ ਦਾਰੁਲ ਇਸਲਾਮ ਬਣਾਉਣਾ ਚਾਹੁੰਦਾ ਆ, ਇਹ ਤੋਂ ਇਸਲਾਮ ਦੀ ਧਰਤੀ ਬਣਾਉਣਾ ਚਾਹੁੰਦਾ ਹੈ, ਤੇ ਸਭ ਤੋਂ ਪਹਿਲਾਂ ਕਸ਼ਮੀਰ ਦੇ ਪੰਡਤਾਂ ਨੂੰ ਮੁਸਲਮਾਨ ਬਣਾਵੇ। ਜੇ ਉਹ ਮੁਸਲਮਾਨ ਬਣ ਜਾਂਦੇ ਹਨ ਤਾਂ ਬਾਕੀ ਹਿੰਦੂ ਆਟੋਮੈਟਿਕਲੀ ਮੁਸਲਮਾਨ ਬਣ ਜਾਣਗੇ। ਹੁਣ ਸ਼ੇਰ ਅਫਗਾਨ ਦੀ ਵਿਰੋਧਤਾ ਜਾਂ ਉਹਦੀ ਕਰਨ ਲਈ ਤਾਂ ਇਹਨਾਂ ਦੇ ਵਿੱਚ ਇੰਨੀ ਸ਼ਕਤੀ ਹੈ ਨਹੀਂ ਸੀ। ਇਸ ਕਰਕੇ ਇਹਨਾਂ ਨੇ ਗੁਰੂ ਸਾਹਿਬ ਦਾ ਸਹਾਰਾ ਲਿਆ। ਗੁਰੂ ਸਾਹਿਬ ਕੋਲ ਆਏ, ਬੇਨਤੀ ਕੀਤੀ। ਗੁਰੂ ਸਾਹਿਬ ਨੇ ਸੋਚ ਵਿਚਾਰ ਕੇ ਪੂਰੀ ਵਾਰਤਾਲਾਪ ਸੁਣਨ ਤੋਂ ਬਾਅਦ ਇਹ ਕਿਹਾ ਕਿ ਇਸ ਸਮੇਂ ਮਹਾਂਪੁਰਸ਼ ਦੇ ਬਲੀਦਾਨ ਨਾਲ ਹੀ ਲੋਕਾਂ ਦੇ ਦੁੱਖ ਘਟ ਸਕਦੇ ਨੇ। ਤੇ ਨਾਲ ਹੀ ਬੈਠੇ ਗੋਬਿੰਦ ਦਾਸ ਜੀ ਨੇ ਕਹਿਤਾ ਵੀ ਇਸ ਕੰਮ ਲਈ ਤੁਹਾਡੇ ਤੋਂ ਵੱਧ ਮਹਾਂਪੁਰਸ਼ ਕੌਣ ਹੋ ਸਕਦਾ ਆ। ਫਿਰ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਨੂੰ ਇਹ ਕਹਿਤਾ, ਜਾ ਕੇ ਸ਼ੇਰ ਅਫਗਾਨ ਨੂੰ ਸੁਨੇਹਾ ਦੇ ਦਿਓ ਕਿ ਗੁਰੂ ਤੇਗ ਬਹਾਦਰ ਜੀ ਜੋ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਹਨ, ਪਹਿਲਾਂ ਉਹਨਾਂ ਨੂੰ ਹਿੰਦੂ ਧਰਮ ਦੇ ਰਾਖੇ ਹਨ, ਪਹਿਲਾਂ ਉਹਨਾਂ ਨੂੰ ਮੁਸਲਮਾਨ ਬਣਾਓ, ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਸ਼ੇਰ ਅਫਗਾਨ ਕੋਲ ਗੱਲ ਪਹੁੰਚੀ, ਉਹਨੇ ਔਰੰਗਜ਼ੇਬ ਕੋਲ ਗੱਲ ਪਹੁੰਚਾਤੀ। ਔਰੰਗਜ਼ੇਬ ਨੇ ਇਹ ਗੱਲ ਨੂੰ ਲੈ ਕੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਫੈਸਲਾ ਕਰ ਲਿਆ ਤੇ ਇਹ ਹੀ ਉਹਨਾਂ ਦੀ ਸ਼ਹੀਦੀ ਦਾ ਤਤਕਲੀ ਕਾਰਨ ਸਿੱਧ ਹੋ ਗਿਆ। ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਉਹ ਤੋਂ ਪਹਿਲਾਂ ਗੁਰੂ ਸਾਹਿਬ ਨੇ 8 ਜੁਲਾਈ ਨੂੰ ਆਪਣੇ 9 ਸਾਲ ਦੇ ਪੁੱਤਰ ਗੋਬਿੰਦ ਦਾਸ ਨੂੰ ਉੱਤਰਾਧਿਕਾਰੀ ਨਿਯੁਕਤ ਕਰਤਾ। 10-11 ਜੁਲਾਈ ਨੂੰ ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲਾ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਚੱਲ ਪਏ। ਜੇ ਉਹ ਰਸਤੇ ਦੇ ਵਿੱਚ ਹੀ ਸੀ 12 ਜੁਲਾਈ ਨੂੰ ਗੁਰੂ ਸਾਹਿਬ ਨੂੰ ਮਲਿਕਪੁਰ ਪਿੰਡ ਦੇ ਕੋਲ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਸਰਹੰਦ ਜੇਲ੍ਹ ਦੇ ਵਿੱਚ ਪਹੁੰਚਾਤਾ। 4 ਮਹੀਨੇ ਘੱਟੋ ਘੱਟ ਉੱਥੇ ਰੱਖਿਆ ਗਿਆ। ਫਿਰ ਦਿੱਲੀ ਪਹੁੰਚਾਇਆ। ਦਿੱਲੀ ਦੇ ਵਿੱਚ ਵੀ ਚਾਂਦਨੀ ਚੌਕ ਦੀ ਕੋਤਵਾਲ ਵਿੱਚ 8 ਦਿਨ ਤੱਕ ਕੈਦ ਰੱਖਿਆ ਗਿਆ। ਕੈਦ ਰੱਖਣ ਤੋਂ ਬਾਅਦ ਗੁਰੂ ਸਾਹਿਬ ਦੇ ਸਾਹਮਣੇ ਜਿਹੜੇ ਉਹਨਾਂ ਦੇ 3 ਸਾਥੀ ਗਏ ਸੀ, ਭਾਈ ਮਤੀ ਦਾਸ ਜੀ ਨੂੰ ਬੰਨ੍ਹ ਕੇ ਆਰਿਆਂ ਦੇ ਨਾਲ ਚਰਵਾ ਦਿੱਤਾ ਸਾਹਮਣੇ। ਫਿਰ ਭਾਈ ਦਿਆਲਾ ਜੀ ਨੂੰ ਗਰਮ ਪਾਣੀ ਦੇ ਉਬਲਦੇ ਪਾਣੀ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਜੀਂਦੇ ਸਾੜ ਦਿੱਤਾ। ਇਹਨਾਂ ਸਾਰੀਆਂ ਸ਼ਹੀਦੀਆਂ ਦਾ ਕਾਰਨ ਇਹ ਸੀ ਕਿ ਗੁਰੂ ਸਾਹਿਬ ਆਪਣਾ ਫੈਸਲਾ ਚੇਂਜ ਕਰ ਲੈਣ। ਗੁਰੂ ਸਾਹਿਬ ਆਪਣੇ ਫੈਸਲੇ ਤੇ ਅਟਲ ਰਹੇ। ਅਖੀਰ ਦੇ ਵਿੱਚ ਗੁਰੂ ਸਾਹਿਬ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ
ਤੇ ਨਾਲ ਹੀ ਉਹ ਸੀਸ ਉੱਥੇ ਪਿਆ ਰਹਿਣ ਦਿੱਤਾ ਤਾਂ ਜੋ ਲੋਕ ਇਹ ਸਬਕ ਲੈਣ ਕਿ ਸਮਰਾਟ ਦੀ ਵਿਰੋਧਤਾ ਕਰਨ ਦਾ ਕੀ ਹਸ਼ਰ ਹੁੰਦਾ ਹੈ। ਪਰ ਇੰਨੇ ਨੂੰ ਭਾਈ ਜੈਤਾ ਜੀ ਜੋ ਆਪਣੇ ਪਿਆਰੇ ਗੁਰੂ ਦਾ ਸੀਸ ਉੱਥੇ ਦੇਖ ਨਹੀਂ ਸਕੇ, ਉਹ ਨਾਲ ਲੈ ਕੇ ਅਨੰਦਪੁਰ ਸਾਹਿਬ ਦੇ ਤੁਰ ਪਏ। ਅਨੰਦਪੁਰ ਸਾਹਿਬ ਆ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਸੀਸ ਭੇਟ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੋ ਇੱਕ ਨੀਵੀਂ ਜਾਤੀ ਦਾ ਸੀ ਆਪਣੇ ਗਲ ਨਾਲ ਲਾਇਆ ਤੇ ਨਾਲ ਹੀ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਸਨਮਾਨਿਤ ਕੀਤਾ। ਉੱਥੇ ਸੀਸ ਦਾ ਸੰਸਕਾਰ ਕਰ ਦਿੱਤਾ ਗਿਆ। ਉੱਥੇ ਅੱਜ ਕੱਲ੍ਹ ਗੁਰਦੁਆਰਾ ਸੀਸਗੰਜ ਹੈ। ਦਿੱਲੀ ਦੇ ਵਿੱਚ ਵੀ ਗੁਰਦੁਆਰਾ ਸੀਸਗੰਜ ਹੈ ਜਿੱਥੇ ਉਹਨਾਂ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਈ ਲੱਖੀ ਸ਼ਾਹ ਆਪਣੇ ਪੁੱਤਰਾਂ ਦੀ ਸਹਾਇਤਾ ਨਾਲ ਧੜ ਨੂੰ ਗੱਡੇ ਦੇ ਵਿੱਚ ਛੁਪਾ ਕੇ ਘਰ ਲੈ ਗਿਆ। ਘਰ ਜਾ ਕੇ ਉਹਨਾਂ ਦਾ ਸੰਸਕਾਰ ਕਰਨ ਲਈ ਉਹਨੇ ਪੂਰੇ ਘਰ ਨੂੰ ਹੀ ਅੱਗ ਲਗਾ ਦਿੱਤੀ। ਉੱਥੇ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੋਇਆ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਬਹੁਤ ਮਹੱਤਵਪੂਰਨ ਅਸਰ ਪਿਆ। ਉਹਦਾ ਇੱਕ ਪਹਿਲਾ ਇਹ ਇਤਿਹਾਸ ਦੀ ਇੱਕ ਅਦੁੱਤੀ ਘਟਨਾ ਮੰਨੀ ਜਾਂਦੀ ਹੈ। ਰੀਜ਼ਨ ਕੀ ਆ ਕਿ ਗੁਰੂ ਸਾਹਿਬ ਨੇ ਉਹਨਾਂ ਬ੍ਰਾਹਮਣਾਂ ਲਈ ਆਪਣਾ ਬਲੀਦਾਨ ਦਿੱਤਾ ਜਿਹਨੂੰ ਧਰਮ ਨੂੰ ਉਹ ਆਪ ਵੀ ਨਹੀਂ ਮੰਨਦੇ ਸੀ। ਨਾ ਤਾਂ ਉਹ ਜਨੇਊ ਪਾਉਣ ਦੇ ਹੱਕ ਵਿੱਚ ਸੀ, ਨਾ ਉਹ ਮੱਥੇ ਤੇ ਤਿਲਕ ਲਗਾਉਣ ਦੇ ਹੱਕ ਵਿੱਚ ਸੀ। ਉਹਨਾਂ ਨੇ ਸਿਰਫ ਲੋਕਾਂ ਦੀ ਖੁਸ਼ੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸਿੱਖ ਧਰਮ ਲਈ ਬਲੀਦਾਨ ਦੀ ਪਰੰਪਰਾ ਸ਼ੁਰੂ ਹੋ ਗਈ। ਜਿਵੇਂ ਆਪਾਂ ਉੱਪਰ ਦੇਖ ਕੇ ਆਏ ਹਾਂ, 1606 ਦੇ ਵਿੱਚ ਗੁਰੂ ਅਰਜਨ ਸਾਹਿਬ ਸ਼ਹੀਦ ਹੋਏ। 1675 ਦੇ ਵਿੱਚ ਲਗਭਗ 70 ਸਾਲ ਬਾਅਦ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ। ਫਿਰ 10ਵੇਂ ਗੁਰੂ ਸਾਹਿਬ ਨੂੰ ਕਿੰਨਾ ਸੰਘਰਸ਼ ਕਰਨਾ ਪਿਆ। 4 ਸਾਹਿਬਜ਼ਾਦੇ ਅਣਗਿਣਤ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਫਿਰ ਬੰਦਾ ਸਿੰਘ ਬਹਾਦਰ ਜੀ ਆਏ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਦੇ 4 ਸਾਲ ਦੇ ਬੱਚੇ ਨੂੰ ਸ਼ਹੀਦ ਕਰ ਦਿੱਤਾ ਗਿਆ। 740 ਸਿੱਖਾਂ ਨੂੰ ਇਸਲਾਮ ਧਰਮ ਨਾ ਸਵੀਕਾਰ ਕਰਨ ਤੇ ਸ਼ਹੀਦ ਕਰ ਦਿੱਤਾ ਗਿਆ। 18ਵੀਂ ਸਦੀ ਦੇ ਵਿੱਚ ਹਜ਼ਾਰਾਂ ਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਲੋਕ ਪੰਜਾਬ ਦੇ ਲੋਕ ਗੁੱਸੇ ਦੇ ਵਿੱਚ ਆ ਗਏ। ਗੁੱਸੇ ਤੇ ਬਦਲੇ ਦੀ ਭਾਵਨਾ ਭਰ ਗਈ ਕਿਉਂਕਿ ਬੜੀ ਬੇਰਹਿਮੀ ਦੇ ਨਾਲ ਉਹਨਾਂ ਦੇ ਗੁਰੂ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹ ਸਿੱਖ ਉਹਨਾਂ ਦੇ ਵਿਰੋਧੀ ਬਣ ਗਏ। ਹਿੰਦੂ ਧਰਮ ਦੀ ਰੱਖਿਆ ਕਰਕੇ ਉਹਨਾਂ ਨੇ ਸ਼ਹੀਦੀ ਦਿੱਤੀ ਸੀ। ਹੁਣ ਲੋਕਾਂ ਦੇ ਵਿੱਚ ਇੰਨੀ ਹਿੰਮਤ ਤੇ ਬਹਾਦਰੀ ਆ ਗਈ ਕਿ ਉਹ ਅਨਿਆਂ ਦੇ ਵਿਰੁੱਧ ਖੜੇ ਹੋ ਗਏ। ਹੁਣ ਉਹ ਅਣਉਚਿਤ ਕੰਮਾਂ ਦੀ ਵਿਰੋਧਤਾ ਕਰਨ ਲੱਗੇ। ਖਾਲਸਾ ਪੰਥ ਦੀ ਸਾਜਨਾ ਵੀ ਇਹੀ ਇੱਕ ਦਾ ਬੇਸ ਵੀ ਇਹੀ ਸ਼ਹੀਦੀ ਬਣੀ, ਜਿਹਦੇ ਕਰਕੇ ਅੱਜ ਦਾ ਸਰੂਪ ਜੋ ਸਿੱਖਾਂ ਦਾ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਆ। 1699 ਦੇ ਵਿੱਚ ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖਾਂ ਦੇ ਵਿੱਚ ਬਹਾਦਰੀ ਦੇ ਗੁਣ ਅਣਖੀਲਾਪਣ ਭਰ ਦਿੱਤਾ। ਸਿੱਖਾਂ ਤੇ ਮੁਗਲਾਂ ਦੇ ਵਿਚਕਾਰ ਕਈ ਯੁੱਧ ਹੋਏ। ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਯੁੱਧ ਲੜੇ, ਉਸ ਤੋਂ ਬਾਅਦ ਫਿਰ ਬੰਦਾ ਸਿੰਘ ਬਹਾਦਰ ਆ ਗਿਆ। ਬੰਦਾ ਸਿੰਘ ਬਹਾਦਰ ਤੋਂ ਬਾਅਦ 4 ਸੂਬੇਦਾਰਾਂ ਨਾਲ ਯੁੱਧ ਹੋਏ। ਮੀਰ ਮੰਨੂ ਨੇ ਅਫਗਾਨ ਆ ਗਏ, ਫਿਰ ਅਫਗਾਨਾਂ ਨਾਲ ਯੁੱਧ ਹੋਏ। ਅਖੀਰ ਦੇ ਵਿੱਚ ਦੁੱਖ ਤਕਲੀਫਾਂ ਸਹਿੰਦੇ ਹੋਏ ਉਹ ਸੁਤੰਤਰ ਰਾਜ ਸਥਾਪਿਤ ਕਰ ਸਕੇ। ਸੁਤੰਤਰ ਰਾਜ ਜਿਹੜਾ ਆ ਰਣਜੀਤ ਸਿੰਘ ਦੇ ਅੰਡਰ ਉਹਨਾਂ ਨੇ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕਰ ਲਿੱਤੀ। ਹੁਣ ਆਪਾਂ ਇਹ ਦੇਖਦੇ ਹਾਂ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਜੀ ਇੱਕ ਇਹੋ ਜਿਹੇ ਗੁਰੂ ਨੇ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਯੋਗਤਾ ਵੀ ਸੀ। ਜਿਵੇਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਕੰਮ ਵੀ ਉਹਨਾਂ ਨੇ ਕੀਤੇ, ਜਿਵੇਂ ਯਾਤਰਾਵਾਂ ਕੀਤੀਆਂ, ਤੇ ਗੁਰੂ ਅਰਜਨ ਸਾਹਿਬ ਜਿਵੇਂ ਸਿੱਖ ਪੰਥ ਦੀ ਸ਼ਹੀਦੀ ਦਿੱਤੀ ਉਹ ਵੀ ਉਹਨਾਂ ਨੇ ਦਿੱਤੀ। ਇਹ ਗੁਰੂ ਸਾਹਿਬਾਨ ਦੇ ਵਿੱਚ ਚਾਹੇ ਬਹਾਦਰੀ ਸੀ, ਨਿਡਰਤਾ ਸੀ, ਪਰ ਇਹਨਾਂ ਨੇ ਉਹਨਾਂ ਦੇ ਵਿੱਚ ਅਜਿਹੀ ਅਣਖਤਾ, ਅਣਖੀਲਤਾ, ਨਿਡਰਤਾ ਭਰ ਦਿੱਤੀ, ਬਹਾਦਰੀ ਭਰਤੀ, ਜੋਸ਼ ਭਰ ਦਿੱਤਾ ਕਿ ਹੁਣ ਉਹ ਸਿੱਖ ਧਰਮ ਦੇ ਪ੍ਰਚਾਰ ਦੇ ਨਾਲ, ਸਿੱਖ ਧਰਮ ਨੂੰ ਅੱਗੇ ਵਧਾਉਣ ਦੇ ਨਾਲ ਨਾਲ ਸ਼ਹੀਦੀਆਂ ਦੇਣੀਆਂ ਸ਼ੁਰੂ ਹੋ ਗਈਆਂ ਤੇ ਨਾਲ ਹੀ ਪੂਰੀ ਬੋਲਡ ਹੋ ਕੇ ਉਹਦੇ ਸਾਹਮਣੇ ਖੜਨਾ ਸ਼ੁਰੂ ਹੋਏ। ਪਹਿਲੀ ਵਾਰ ਸੀ ਕਿ ਸਿੱਖਾਂ ਨੇ ਨਹੀਂ, ਹਿੰਦੂ ਲੋਕਾਂ ਨੇ ਵੀ ਬੜੀ ਦਲੇਰੀ ਦੇ ਨਾਲ ਅਣਉਚਿਤ ਕੰਮਾਂ ਲਈ ਨਾ ਕਹਿਣਾ ਸ਼ੁਰੂ ਕਰ ਦਿੱਤਾ, ਉਹਨੂੰ ਅਪੋਜ਼ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਤੇਗ ਬਹਾਦਰ ਜੀ ਦੇ ਵਿੱਚੋਂ ਕਈ ਕੁਐਸਚਨ ਆ ਜਾਂਦੇ ਨੇ। ਮੇਨ ਕੁਐਸਚਨ ਤਾਂ ਮੱਖਣ ਸ਼ਾਹ ਲੁਬਾਣਾ ਦੀ ਘਟਨਾ ਤੇ ਹੀ ਆ ਜਾਂਦਾ ਆ।
ਮੱਖਣ ਸ਼ਾਹ ਲੁਬਾਣਾ ਤੇ 5 ਨੰਬਰ ਦਾ ਕੁਐਸਚਨ ਆਉਂਦਾ, ਜੋ ਅਕਸਰ ਬੱਚੇ ਗਲਤ ਕਰਦੇ ਨੇ ਕਿਉਂਕਿ ਉਹਨਾਂ ਨੂੰ ਘਟਨਾ ਬਾਰੇ ਹੀ ਨਹੀਂ ਪਤਾ ਹੁੰਦਾ। ਇਸ ਚੀਜ਼ ਨੂੰ, ਇਸ ਕੁਐਸਚਨ ਨੂੰ ਬੜੇ ਧਿਆਨ ਨਾਲ ਦੇਖਿਆ ਜਾਵੇ। ਹੁਣ ਜੇ ਆਪਾਂ ਸ਼ੁਰੂ ਤੋਂ ਦੇਖੀਏ, ਜੋ ਹੁਣ ਆਪਾਂ ਨੇ ਪੜ੍ਹਿਆ ਆ, ਉਹਨਾਂ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਹੋਇਆ। ਉਹਨਾਂ ਦੀ ਮੈਰਿਜ 1632 ਈਸਵੀ ਨੂੰ ਹੋਈ, ਜਦੋਂ ਉਹ 11 ਸਾਲ ਦੀ ਉਮਰ ਦੇ ਵਿੱਚ ਸੀ। ਫਿਰ ਉਹ 1664 ਈਸਵੀ ਦੇ ਵਿੱਚ ਗੁਰੂ ਬਣੇ 9ਵੇਂ। 1666 ਦੇ ਵਿੱਚ ਉਹਨਾਂ ਦੇ ਘਰੇ ਇੱਕ ਬਾਲਕ ਦਾ ਜਨਮ ਹੋਇਆ। ਫਿਰ ਉਹਨਾਂ ਨੇ 1665 ਦੇ ਵਿੱਚ ਜਨਮ ਤੋਂ ਪਹਿਲਾਂ ਆਨੰਦਪੁਰ ਸਾਹਿਬ ਦੀ ਨੀਂਹ ਰੱਖ ਦਿੱਤੀ ਸੀ। 1666